ਵੈਲਕਮ ਬੈਕ ਡੀਅਰ ਸਟੂਡੈਂਟਸ। ਪਿਆਰੇ ਵਿਦਿਆਰਥੀਓ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਇੱਕ ਨਵੀਂ ਕਲਾਸ ਦੇ ਵਿੱਚ। ਅੱਜ ਦੀ ਅਸੀਂ ਜੋ ਸਾਇੰਸ ਦੀ ਕਲਾਸ ਹੈ ਇਹਦੇ ਵਿੱਚ ਅਸੀਂ 8ਵੀਂ ਕਲਾਸ ਦਾ ਚੈਪਟਰ ਨੰਬਰ 8 ਕਰਾਂਗੇ। ਡੈਟ ਇਜ਼ ਦਾ ਸੈੱਲ ਸਟਰਕਚਰ ਐਂਡ ਫੰਕਸ਼ਨ। ਡਿਫਰੈਂਟ ਸੈਟ ਆਫ organs perform the various function you have listed. In this chapter you shall learn about the basic structure unit of organ which is called cell. ਪਿਆਰੇ ਵਿਦਿਆਰਥੀ, ਤੁਹਾਨੂੰ ਪਤਾ ਹੈ ਕਿ ਅਲੱਗ-ਅਲੱਗ ਜੋ ਅੰਗ ਨੇ ਉਹ ਅਲੱਗ-ਅਲੱਗ ਸਰੀਰ ਦੇ ਕੰਮ ਕਰਦੇ ਨੇ। ਜੇ ਮੈਂ ਅੱਖਾਂ ਦੀ ਗੱਲ ਕਰਾਂ, ਦੇਖਣ ਦੇ ਕੰਮ ਕਰਦੀਆਂ ਨੇ, ਫੇਫੜੇ ਸਾਹ ਲੈਣ 'ਚ ਕੰਮ ਕਰਦੇ ਨੇ, ਦਿਮਾਗ ਸੋਚਣ ਸਮਝਣ 'ਚ, ਗੁਰਦੇ ਮਲ ਮੂਤਰ ਤਿਆਗ ਕਰਨ ਦੇ ਵਿੱਚ। ਤਾਂ ਇਹ ਅਲੱਗ-ਅਲੱਗ ਫੰਕਸ਼ਨ ਨੇ ਅਤੇ ਹਰੇਕ ਜੋ ਅੰਗ ਹੈ ਉਹ ਸੈੱਲ ਤੋਂ ਬਣਿਆ ਹੋਇਆ ਹੈ। ਸੈੱਲ ਉਹਦਾ ਬੇਸਿਕ ਯੂਨਿਟ ਹੈ। ਸੈੱਲ may be compared to brick. Brick are assembled to make building. Similarly, cell are assembled to make the body of organism. ਬੜੇ ਸੋਹਣੇ ਤਰੀਕੇ ਨਾਲ ਇੱਥੇ ਦੱਸਿਆ ਹੈ ਕਿ ਸੈੱਲ ਨੂੰ ਅਸੀਂ ਇੱਟਾਂ ਨਾਲ ਕੰਪੇਅਰ ਕਰ ਸਕਦੇ ਹਾਂ। ਜਿਸ ਤਰ੍ਹਾਂ ਇੱਟਾਂ ਨੂੰ ਜੋੜ ਕੇ ਘਰ ਬਣਦਾ ਹੈ, ਮਕਾਨ ਬਣਦਾ, ਉਸੇ ਤਰ੍ਹਾਂ ਹੀ ਸੈੱਲ ਬਣਦਾ ਹੈ। ਥੱਲੇ ਤੁਹਾਨੂੰ ਡਾਇਗਰਾਮ ਦੇ ਵਿੱਚ ਕਲੀਅਰ ਹੋ ਜਾਏਗਾ ਬਾਕੀ ਦੇ। ਜੇ ਮੈਂ ਇਹਦੀ ਖੋਜ ਦੀ ਗੱਲ ਕਰਾਂ, ਜੋ ਇਹਦੀ ਡਿਸਕਵਰੀ ਸੀ, ਸੈੱਲ ਦੀ ਖੋਜ ਕਿਵੇਂ ਹੋਈ ਅਤੇ ਕਿਸ ਨੇ ਕੀਤੀ। ਜੋ ਰੋਬਰਟ ਹੁੱਕ ਸੀ 1665 ਦੇ ਵਿੱਚ observe the slice of cork under the simple microscope magnifying device. Cork is part of bark of tree. cork ਇੱਕ ਕਹਿ ਸਕਦੇ ਹਾਂ ਡੱਠ ਹੁੰਦਾ ਹੈ ਬੋਤਲ ਦਾ ਢੱਕਣ, ਜਿਹੜਾ ਪੁਰਾਣੀਆਂ ਬੋਤਲਾਂ ਵਿੱਚ ਲੱਕੜੀ ਦਾ ਇੱਕ ਢੱਕਣ ਲਗਾਇਆ ਹੁੰਦਾ ਸੀ, ਇਹਨੂੰ cork ਕਹਿੰਦੇ ਆ। ਜਾਂ ਅਸੀਂ ਆਪਣੀ ਲੈਬ ਦੇ ਵਿੱਚ ਦੇਖੀਏ ਤਾਂ ਜਿਹੜੇ ਕੈਮੀਕਲਸ ਨੇ ਉਹਨਾਂ ਨੂੰ cork ਦਾ ਢੱਕਣ ਲਗਾ ਕੇ ਫਿੱਟ ਕੀਤਾ ਹੁੰਦਾ ਹੈ। cork ਜੋ ਲੱਕੜੀ ਦਾ ਠੋਸ ਹਿੱਸਾ ਹੁੰਦਾ, ਬਾਰਕ ਦਾ ਬਣਿਆ ਹੁੰਦਾ ਐਂਡ ਉਹਨਾਂ ਜਦੋਂ ਸੂਖਮਦਰਸ਼ੀ ਦੇ ਥੱਲੇ ਉਹਦੀ ਸਲਾਈਸ, ਉਹਦਾ ਪਤਲਾ ਪੀਸ ਕੱਟ ਕੇ ਦੇਖਿਆ ਅਤੇ ਉਹਨੂੰ ਇਸ ਤਰ੍ਹਾਂ ਦੇ ਸਟਰਕਚਰ ਨਜ਼ਰ ਆਇਆ, ਜਿਸ ਤਰ੍ਹਾਂ 8.1 ਡਾਇਗਰਾਮ 'ਚ ਨਜ਼ਰ ਆ ਰਿਹਾ। ਯੂ ਕੈਨ ਸੀ ਇਨ 8.1 ਫਿਗਰ। ਸੋ ਦਿਸ ਵਾਜ਼ ਦਾ ਫਸਟ ਸਲਾਈਡ ਪ੍ਰਪੇਅਰਡ ਬਾਏ ਰੋਬਰਟ ਹੁੱਕ, ਡੈਟ ਇਜ਼ ਦਾ ਸੈੱਲ। ਐਂਡ ਵਿਦ ਦੈਟ these boxes appear like honeycomb. ਹਨੀ ਦਾ ਜੋ ਕੋਂਬ ਹੁੰਦਾ ਹੈ, ਛੱਤਾ ਮਧੂਮੱਖੀ ਦਾ, ਉਹਦੇ ਨਾਲ ਕੰਪੇਅਰ ਕੀਤਾ ਜਾ ਸਕਦਾ। ਤੁਸੀਂ ਦੇਖ ਸਕਦੇ ਹੋ ਡਾਇਗਰਾਮ ਦੇ ਵਿੱਚ ਹਨੀ ਦਾ ਜੋ ਛੱਤਾ ਹੈ ਉਹਦੇ 'ਚ ਅਲੱਗ-ਅਲੱਗ ਜੋ ਚੈਂਬਰ ਬਣੇ ਨੇ ਉਹਨੂੰ ਵੀ ਸੈੱਲ ਕਹਿੰਦੇ ਨੇ। ਆਲਸੋ ਨੋਟਡ ਡੈਟ ਦਾ ਵਨ ਬਾਕਸ ਵਾਜ਼ ਸਪਰੇਟਡ ਫਰੋਮ ਵਨ ਬਾਏ ਦਾ ਵਾਲ। ਇੱਕ ਜੋ ਬਾਕਸ ਸੀ ਦੂਸਰੇ ਦੇ ਨਾਲੋਂ ਅਲੱਗ ਸੀ। ਜਿਸ ਤਰ੍ਹਾਂ ਸੈੱਲ ਬਣੇ ਨੇ, ਇੱਕ ਦੂਸਰੇ ਦੇ ਨਾਲੋਂ ਅਲੱਗ ਹੋ ਰਿਹਾ ਇੱਕ ਦੀਵਾਰ ਦੇ ਨਾਲ, ਇਹਨੂੰ ਸੈੱਲ ਵਾਲ ਦਾ ਨਾਮ ਦਿੱਤਾ। ਐਂਡ ਹੁੱਕ coined ਦਾ ਟਰਮ ਸੈੱਲ। ਫਿਰ ਉਹਨੇ ਟਰਮ ਜੋ ਇੱਕ ਸ਼ਬਦ ਸੈੱਲ ਹੁੱਕ ਨੇ ਹੀ ਡਿਵਾਈਸ ਕੀਤਾ ਸੀ। ਹਰੇਕ ਇੱਕ ਜੋ ਖਾਨਾ ਉਹਨੂੰ ਨਜ਼ਰ ਆਇਆ ਉਹਨੂੰ ਸੈੱਲ ਕਿਹਾ। ਐਂਡ ਵਟ ਹੁੱਕ ਅਬਜ਼ਰਵਡ ਵਾਜ਼ ਬਾਕਸਿਸ ਔਰ ਸੈੱਲ ਇਨ cork were actually ਡੈਡ ਸੈੱਲ। ਜੋ ਉਹਨੇ ਦੇਖਿਆ ਅਸਲ ਵਿੱਚ ਉਹ ਡੈਡ ਸੈੱਲ ਸੀ, ਅਸਲ 'ਚ ਉਹ ਜਿਉਂਦੇ ਸੈੱਲ ਨਹੀਂ ਸੀ। ਬਟ ਸੈੱਲ ਦੀ ਜੋ ਫਾਊਂਡੇਸ਼ਨ, ਉਹਦੀ ਸਟੱਡੀ ਦੀ ਫਾਊਂਡੇਸ਼ਨ ਸੀ ਰੋਬਰਟ ਹੁੱਕ ਦੀ ਇਹ ਖੋਜ ਨਾਲ ਹੋਈ। Cell of living organism could be observed only after the discovery of improved microscope. ਬਾਅਦ ਦੇ ਵਿੱਚ ਹੀ ਵਧੀਆ ਮਾਈਕਰੋਸਕੋਪ ਬਣੇ, ਉਹਨਾਂ ਨਾਲ ਹੀ ਸੈੱਲਾਂ ਦਾ ਪਤਾ ਲੱਗਿਆ। ਹੁਣ ਜੇ ਗੱਲ ਕਰੀਏ ਰੋਬਰਟ ਹੁੱਕ ਦੇ ਬਾਅਦ 150 ਸਾਲਾਂ ਦੇ ਬਾਅਦ ਅਬਜ਼ਰਵੇਸ਼ਨਸ ਹੋਈ। ਹੁਣ ਸਾਨੂੰ ਕਈ ਤਰ੍ਹਾਂ ਦੇ ਸੈੱਲਾਂ ਦਾ ਪਤਾ ਹੈ ਅਤੇ ਕਈ ਤਰ੍ਹਾਂ ਦੇ ਸਾਤੋਂ ਮਾਈਕਰੋਸਕੋਪ ਆ ਗਏ ਨੇ। ਕੰਪਾਊਂਡ ਮਾਈਕਰੋਸਕੋਪ, ਫੇਜ਼ ਕੰਟਰਾਸਟ ਮਾਈਕਰੋਸਕੋਪ ਜਾਂ ਇਲੈਕਟ੍ਰੋਨ ਮਾਈਕਰੋਸਕੋਪ। ਹੁਣ ਸੈੱਲ ਨੂੰ ਬੜੀ ਬਰੀਕੀ ਦੇ ਨਾਲ ਸੈੱਲ ਦੇ ਅੰਦਰ ਦੀਆਂ ਜੋ ਸੈੱਲ ਔਰਗਨੈਲੀ ਨੇ ਉਹਨੂੰ ਵੀ ਦੇਖਿਆ ਜਾ ਸਕਦਾ। ਸੈੱਲ ਬੋਥ ਬ੍ਰਿਕ ਇਨ ਬਿਲਡਿੰਗ ਐਂਡ ਸੈੱਲ ਆਰ ਦਾ ਇਨ ਦਾ ਲਿਵਿੰਗ ਔਰਗਨਿਜ਼ਮ ਆਰ ਬੇਸਿਕ ਸਟਰਕਚਰ ਯੂਨਿਟ। ਸੋ ਇੱਟਾਂ ਜਿਸ ਤਰ੍ਹਾਂ ਮਕਾਨ ਬਣਾਉਂਦੀਆਂ ਨੇ, ਇਸੇ ਤਰ੍ਹਾਂ ਹੀ ਸੈੱਲ ਬੇਸਿਕ ਯੂਨਿਟ ਨੇ। ਸੈੱਲਾਂ ਤੋਂ ਹੀ ਸਰੀਰ ਬਣਦਾ ਹੈ, ਅੰਗ ਬਣਦੇ ਨੇ। ਦਾ ਬਿਲਟ ਦਾ ਸਿਮਿਲਰ ਬ੍ਰਿਕ ਹੈਵ ਦਾ ਡਿਫਰੈਂਟ ਡਿਜ਼ਾਈਨ, shape and size. Similarly, in the living world, organisms differ from one another, but all are made of cell. ਜਿਸ ਤਰ੍ਹਾਂ ਅਲੱਗ-ਅਲੱਗ ਔਰਗਨਿਜ਼ਮ ਦਾ ਅਲੱਗ-ਅਲੱਗ ਸ਼ੇਪ ਹੈ। ਸੱਪ ਜਿਹੜਾ ਹੋਰ ਤਰੀਕੇ ਦਾ ਨਜ਼ਰ ਆਉਂਦਾ ਹੈ, ਮਨੁੱਖ ਹੋਰ ਤਰੀਕੇ ਦਾ, ਪੌਦੇ ਹੋਰ ਤਰੀਕੇ ਦੇ, ਬਾਂਦਰ ਹੋਰ ਤਰੀਕੇ ਦਾ, ਡੱਡੂ ਹੋਰ ਤਰੀਕੇ ਦਾ। ਇਸੇ ਤਰ੍ਹਾਂ ਹੀ ਅਲੱਗ-ਅਲੱਗ ਸ਼ੇਪ ਦੇ ਮਕਾਨ ਬਣਦੇ ਨੇ, ਬਟ ਬੇਸਿਕ ਜੋ ਸੈੱਲਾਂ ਤੋਂ ਜੀ ਬਣਦਾ ਹੈ, ਜਿਸ ਤਰ੍ਹਾਂ ਇੱਟਾਂ ਤੋਂ ਮਕਾਨ ਬਣਦਾ ਹੈ, ਸੇਮ ਤਰੀਕੇ ਨਾਲ ਦੱਸਿਆ। ਸੈੱਲ ਇਨ ਦਾ ਲਿਵਿੰਗ ਔਰਗਨਿਜ਼ਮ ਆਰ ਕੰਪਲੈਕਸ ਲਿਵਿੰਗ ਸਟਰਕਚਰ ਅਨਲਾਈਕ ਦਾ ਨੋਨ ਲਿਵਿੰਗ ਬ੍ਰਿਕ। ਇੱਟਾਂ ਦੀ ਤਰ੍ਹਾਂ ਆਸਾਨ ਨਹੀਂ ਹੈ, ਇਹਨਾਂ ਦੀ ਸੰਰਚਨਾ ਬੜੀ ਕੰਪਲੈਕਸ ਹੈ। ਇਹ ਤੁਸੀਂ ਕੰਪੇਅਰ ਕਰ ਸਕਦੇ ਹੋ, ਇੱਥੇ ਤੁਹਾਨੂੰ ਆਰਾਮ ਨਾਲ ਨਜ਼ਰ ਆ ਰਿਹਾ ਹੋਏਗਾ ਜੋ ਮੈਂ ਤੁਹਾਨੂੰ ਸਮਝਾਇਆ। ਇਹ ਇੱਕ ਇੱਟਾਂ ਦੀ ਦੀਵਾਰ ਹੈ,
ਬ੍ਰਿਕ ਵਾਲ। ਇਹ ਜੋ ਪਿਆਜ਼ ਹੈ, ਜੋ ਗੰਢਾ ਹੈ, ਉਹਦੀ ਪਤਲੀ ਇੱਕ ਸਲਾਈਸ ਕੱਟ ਕੇ ਮਾਈਕਰੋਸਕੋਪ ਦੇ ਥੱਲੇ ਦੇਖੀ ਗਈ ਹੈ। ਜਿਸ ਤਰ੍ਹਾਂ ਸੇਮ ਤਰੀਕੇ ਨਾਲ ਲੱਗ ਰਿਹਾ ਜਿੱਦਾਂ ਇੱਟਾਂ ਦੀ ਦੀਵਾਰ ਹੋਵੇ, ਕੋਈ ਇਹ 'ਚ ਫਰਕ ਨਜ਼ਰ ਨਹੀਂ ਆ ਰਿਹਾ। ਐਗ ਆਫ hen represent a single cell and it is big enough to be seen by unaided eye। ਜਿਹੜਾ ਅਸੀਂ ਅੰਡਾ ਖਾਂਦੇ ਹਾਂ ਮੁਰਗੀ ਦਾ ਜਾਂ ਹੋਰ ਪੰਛੀਆਂ ਦਾ ਅੰਡਾ ਜੇ ਦੇਖ ਲਈਏ, ਉਹ ਇੱਕ ਸੈੱਲ ਹੈ। ਉਹਨੂੰ ਅਸੀਂ ਬਿਨਾਂ ਮਾਈਕਰੋਸਕੋਪ ਦੇ ਦੇਖ ਸਕਦੇ ਹਾਂ ਕਿਉਂਕਿ ਉਹਦਾ ਆਕਾਰ ਵੱਡਾ ਹੈ। ਆਰਗੈਨਿਜ਼ਮ ਸ਼ੋ ਵੈਰਾਈਟੀ ਇਨ ਸੈੱਲ ਨੰਬਰ, ਸ਼ੇਪ ਐਂਡ ਸਾਈਜ਼। ਜਿਹੜੇ ਜੀਵ ਹੁੰਦੇ ਨੇ ਉਹਨਾਂ 'ਚ ਸੈੱਲ ਦੀ ਕਾਫੀ ਵਿਭਿੰਨਤਾ ਹੈ। ਸੈੱਲ ਅਲੱਗ-ਅਲੱਗ ਤਰ੍ਹਾਂ ਦੇ ਨੇ, ਉਹਨਾਂ ਦਾ ਨੰਬਰ ਅਲੱਗ-ਅਲੱਗ ਹੈ। ਦੇਰ ਆਰ ਦਾ ਮਿਲੀਅਨ ਆਫ ਲਿਵਿੰਗ ਆਰਗੈਨਿਜ਼ਮ। ਲੱਖਾਂ ਕਰੋੜਾਂ ਜੀਵ ਨੇ, ਉਹਨਾਂ ਦੀ ਡਿਫਰੈਂਟ ਸ਼ੇਪ ਸਾਈਜ਼ ਹੈ ਸੈੱਲਾਂ ਦੇ ਹਿਸਾਬ ਨਾਲ। ਨੰਬਰ ਆਫ ਸੈੱਲ, ਜੇ ਸੈੱਲਾਂ ਦੀ ਮੈਂ ਗਿਣਤੀ ਦੀ ਗੱਲ ਕਰਾਂ ਤੇ ਜੇ ਹਿਊਜ ਸੈੱਲ ਜਿਸ ਤਰ੍ਹਾਂ ਟਾਲ ਟਰੀ ਹੈ, ਉਹਦੇ ਵਿੱਚ ਕਈ ਸੈੱਲ ਹੋਣਗੇ। ਨੰਬਰ ਰਨ ਇਨਟੂ ਬਿਲੀਅਨ ਐਂਡ ਟ੍ਰਿਲੀਅਨ, ਅਰਬਾਂ ਖਰਬਾਂ ਦੇ ਵਿੱਚ ਹੀ ਨੰਬਰ ਹੈ ਸੈੱਲਾਂ ਦਾ। ਹਿਊਮਨ ਬੋਡੀ ਦੇ ਵਿੱਚ ਟ੍ਰਿਲੀਅਨ ਆਫ ਸੈੱਲ ਹੈ, ਉਹਨਾਂ ਦੀ ਅਲੱਗ-ਅਲੱਗ ਸ਼ੇਪ ਸਾਈਜ਼ ਹੈ। ਡਿਫਰੈਂਟ ਗਰੁੱਪ ਆਫ ਸੈੱਲ ਪਰਫੋਰਮ ਡਿਫਰੈਂਟ ਫੰਕਸ਼ਨ। ਅਲੱਗ-ਅਲੱਗ ਗਰੁੱਪ ਦਾ ਅਲੱਗ-ਅਲੱਗ ਕੰਮ ਹੈ। 1 ਬਿਲੀਅਨ ਜੋ ਹੈ ਇਹਦੇ ਵਿੱਚ 1000 ਮਿਲੀਅਨ ਹੁੰਦੇ ਨੇ। 1 ਟ੍ਰਿਲੀਅਨ ਦੇ ਵਿੱਚ 1000 ਬਿਲੀਅਨ ਹੁੰਦੇ ਨੇ। ਇਹ ਯਾਦ ਕੀਤਾ ਜਾ ਸਕਦਾ ਹੈ। ਨਾਲ ਇਹਦੇ ਵਿੱਚ ਦੇਖੀਏ ਆਰਗੈਨਿਜ਼ਮ ਜਿਹੜੇ ਇੱਕ ਤੋਂ ਜ਼ਿਆਦਾ ਸੈੱਲਾਂ ਦੇ ਬਣੇ ਹੁੰਦੇ ਨੇ, ਉਹਨੂੰ ਅਸੀਂ ਕਹਿ ਦਿੰਦੇ ਨੇ ਮਲਟੀ ਸੈਲਰ। ਨੰਬਰ ਆਫ ਸੈੱਲ ਦੇ ਨਾਲ ਜਿਹੜੇ ਬਣੇ ਹੁੰਦੇ ਨੇ। ਐਂਡ ਦਾ ਨੰਬਰ ਆਫ ਸੈੱਲ ਬੀਇੰਗ ਲੈਸ ਇਨ ਸਮਾਲਰ ਆਰਗੈਨਿਜ਼ਮ ਡਜ਼ ਨੋਟ in any way affect the function of organism। You will be surprised to know that an organism with billion of cell begin life as a single cell which is fertilized egg। The fertilized egg multiply number of time and increase its number and development proceed। ਜੇ ਮੈਂ ਤੁਹਾਡੀ ਗੱਲ ਕਰਾਂ, ਮਨੁੱਖ ਦੀ ਗੱਲ ਕਰਾਂ ਮੈਂ, ਤੇ ਮਨੁੱਖ ਦਾ ਜਨਮ ਇੱਕ ਸਿੰਗਲ ਸੈੱਲ ਤੋਂ ਹੋਇਆ ਹੈ। ਜਦੋਂ ਆਂਡੇ ਦੇ ਅੰਦਰ ਸ਼ੁਕਰਾਣੂ ਜਾਂਦਾ ਹੈ, ਮਾਦਾ ਦੇ ਅੰਦਰ ਜਦੋਂ ਆਂਡੇ ਦੇ ਸ਼ੁਕਰਾਣੂ ਅੰਦਰ ਜਾਂਦਾ ਹੈ ਤਾਂ ਨਵੇਂ ਜੀਵ ਦੀ ਤਿਆਰੀ ਹੁੰਦੀ ਹੈ। ਉਹ ਇੱਕ ਮਾਈਕਰੋਸਕੋਪਿਕ ਸੈੱਲ ਹੁੰਦਾ ਹੈ, ਉਹਨੂੰ ਅਸੀਂ ਨੰਗੀ ਅੱਖ ਨਾਲ ਦੇਖ ਵੀ ਨਹੀਂ ਸਕਦੇ। ਉਹ ਵਾਰ-ਵਾਰ ਵੰਡਾਉਂਦਾ ਹੈ, ਡਿਵੀਜ਼ਨ ਹੁੰਦੀ ਹੈ ਅਤੇ ਇੱਕ ਬੜਾ ਕੰਪਲੈਕਸ ਆਰਗੈਨਿਜ਼ਮ ਉਹ ਤੋਂ ਤਿਆਰ ਹੁੰਦਾ ਹੈ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀਵ, ਇਹ ਨੀਚੇ ਜੋ ਐਗਜ਼ਾਮਪਲ ਹੈ ਅਮੀਬਾ ਪੈਰੀਮੀਸ਼ੀਅਮ ਦੀ, ਇੱਕ ਹੀ ਸੈੱਲ ਦੇ ਬਣੇ ਨੇ। ਇਹਨਾਂ ਨੂੰ ਯੂਨੀਸੈਲਰ ਜੀਵ, ਇੱਕ ਸੈਲੀ ਜੀਵ ਕਹਿੰਦੇ ਆ। ਜਿਹੜੇ ਜ਼ਿਆਦਾ ਸੈੱਲ ਦੇ ਬਣੇ ਨੇ ਉਹਨੂੰ ਮਲਟੀ ਸੈਲਰ ਕਹਿੰਦੇ ਨੇ। ਸਿੰਗਲ ਸੈੱਲ ਜੀਵ ਜਿਸ ਤਰ੍ਹਾਂ ਇੱਥੇ ਇਹਨਾਂ ਨੇ ਉਦਾਹਰਨਾਂ ਦਿੱਤੀਆਂ ਨੇ। ਅਮੀਬਾ ਉਹ ਫੂਡ ਨੂੰ ਕੈਪਚਰ ਕਰ ਲੈਂਦਾ ਹੈ ਆਪਣੇ ਆਭਾਸੀ ਪੈਰਾਂ ਦੇ ਨਾਲ ਅਤੇ ਫੜ ਕੇ ਖਾਂਦਾ ਹੈ। ਸੈੱਲ ਦੇ ਨਾਲ ਹੀ ਸਾਹ ਲੈਂਦਾ, ਇੱਕ ਸੈੱਲ ਦੇ ਨਾਲ ਹੀ ਉੱਥੋਂ ਹੀ ਐਕਸਕ੍ਰੀਟ ਕਰਦਾ ਹੈ, ਗਰੋ ਕਰਦਾ ਹੈ, ਰਿਪਰੋਡਿਊਸ ਕਰਦਾ ਹੈ। ਸਿਮਿਲਰ ਫੰਕਸ਼ਨ ਇਨ ਮਲਟੀ ਸੈਲ ਆਰਗੈਨਿਜ਼ਮ ਆਰ ਕੈਰੀਡ ਆਊਟ ਬਾਈ ਗਰੁੱਪ ਆਫ ਸਪੈਸ਼ਲਾਈਜ਼ ਸੈੱਲ ਪਰਫੋਰਮਿੰਗ ਡਿਫਰੈਂਟ ਫੰਕਸ਼ਨ। ਤਾਂ ਉਹਨੂੰ ਕਹਿੰਦੇ ਨੇ ਟਿਸ਼ੂ ਹੀ ਆਰਗਨ ਬਣਾਉਂਦੇ ਨੇ। ਜੇ ਮੈਂ ਵੱਡੇ ਜੀਵਾਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਵਿੱਚ ਹਰੇਕ ਜੋ ਕੰਮ ਹੈ ਉਹਦੇ ਲਈ ਅਲੱਗ-ਅਲੱਗ ਤਰ੍ਹਾਂ ਦਾ ਅੰਗ ਹੈ। ਜਿਸ ਤਰ੍ਹਾਂ ਮੈਂ ਸ਼ੁਰੂ ਵਿੱਚ ਹੀ ਦੱਸਿਆ, ਸੋਚਣ ਦੇ ਲਈ ਦਿਮਾਗ ਦਾ ਕੰਮ ਹੈ, ਸਾਹ ਲੈਣ ਲਈ ਫੇਫੜਿਆਂ ਦਾ ਕੰਮ ਹੈ, ਅਤੇ ਦੇਖਣ ਲਈ ਅੱਖਾਂ ਦਾ ਕੰਮ ਹੈ, ਦੰਦਾਂ ਦਾ ਕੰਮ ਚਬਾਉਣ ਦਾ ਹੈ। ਬਟ ਜਿਹੜੇ ਛੋਟੇ ਜੀਵ ਇੱਕ ਸੈੱਲ ਦੇ ਬਣੇ ਨੇ, ਅਮੀਬਾ ਪੈਰਾਮੀਸ਼ੀਅਮ, ਉਹ ਇੱਕ ਸੈੱਲ ਸਾਰੇ ਕੰਮ ਕਰਦਾ ਹੈ। ਅਤੇ ਸਾਡਾ ਜੋ ਸਰੀਰ ਹੈ ਜਾਂ ਹੋਰ ਜਿਹੜੇ ਜ਼ਿਆਦਾ ਸੈੱਲਾਂ ਤੋਂ ਬਹੁ ਸੈਲੀ ਜੀਵ ਨੇ, ਉਹਦੇ 'ਚ ਜਿਹੜੇ ਅੰਗ ਨੇ ਅਲੱਗ-ਅਲੱਗ ਕੰਮ ਕਰਦੇ ਨੇ। ਸ਼ੇਪ ਆਫ ਸੈੱਲ, ਸੈੱਲ ਦੀ ਜੋ ਸ਼ੇਪ ਅਲੱਗ-ਅਲੱਗ ਹੈ। ਜੇ ਮੈਂ ਗੱਲ ਕਰਾਂ ਅਮੀਬਾ ਦੀ ਕੋਈ ਇੱਕ ਸ਼ੇਪ ਨਹੀਂ ਹੈ, ਉਹ ਰੈਗੂਲਰ ਸ਼ੇਪ ਹੈ। ਆਪਣੀ ਸ਼ੇਪ ਚੇਂਜ ਕਰਦਾ ਰਹਿੰਦਾ ਹੈ। ਕਦੇ ਅਮੀਬਾ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ, ਕਦੇ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ, ਕਦੇ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ। ਉਹਦੇ ਝੂਠੇ ਪੈਰ ਹੁੰਦੇ ਨੇ, ਉਹਨੂੰ ਆਵਾਸੀ ਪੈਰ ਜਾਂ ਸੂਡੋਪੋਡੀਆ ਕਹਿੰਦੇ ਨੇ। ਇਹਦੇ ਨਾਲ ਆਪਣੀ ਸ਼ੇਪ ਚੇਂਜ ਕਰਦਾ ਹੈ। 7ਵੀਂ ਕਲਾਸ 'ਚ ਤੁਸੀਂ ਪੜ੍ਹ ਚੁੱਕੇ। ਦੀਜ਼ ਪ੍ਰੋਜੈਕਸ਼ਨ ਅਪੀਅਰ ਐਂਡ ਡਿਸਅਪੀਅਰ, ਇਹ ਨਜ਼ਰ ਵੀ ਆਉਂਦੀਆਂ ਨੇ ਅਤੇ ਖਤਮ ਵੀ ਹੋ ਜਾਂਦੀਆਂ। ਸੋ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਸੈੱਲਾਂ ਦੀਆਂ ਅਲੱਗ-ਅਲੱਗ ਇੱਥੇ ਆਕਾਰ ਦਿੱਤੇ ਨੇ, ਅਲੱਗ-ਅਲੱਗ ਸ਼ੇਪਸ ਨੇ। ਜਿਸ ਤਰ੍ਹਾਂ ਇੱਥੇ 8.4 ਡਾਇਗਰਾਮ ਦੇ ਵਿੱਚ ਜੋ ਸਫੈਰੀਕਲ ਸਟਰਕਚਰ ਦਾ ਸੈੱਲ ਹੈ, ਇਹ ਸਾਡੇ ਰੈੱਡ ਬਲੱਡ ਸੈੱਲ ਨੇ, ਲਾਲ ਰਕਤਾਣੂ। ਬੀ ਦੇ ਵਿੱਚ ਜੋ ਸਪਿੰਡਲ ਸ਼ੇਪ ਮਸਲ ਦਾ ਸੈੱਲ ਹੈ, ਮਾਸਪੇਸ਼ੀਆਂ ਦਾ ਸੈੱਲ ਹੈ। ਇਹ ਗੁੰਝਲਦਾਰ ਜੋ ਸੈੱਲ ਹੈ, ਇਹ ਨਾੜੀ ਸੈੱਲ ਹੈ। ਇਹ ਸਾਡੇ ਸੁਖਮਨਾ ਨਾੜੀ ਜਾਂ ਨਾੜੀ ਤੰਤਰ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਮਿਲਦੇ ਨੇ। ਜਿਹੜੇ ਦੱਸੇ ਹੋਏ ਨੇ ਇੱਥੇ ਅਲੱਗ-ਅਲੱਗ ਸੈੱਲਾਂ ਦੇ ਕੰਮ ਵੀ, ਜੇ ਮੈਂ ਗੱਲ ਕਰਾਂ, ਜਿਸ ਤਰ੍ਹਾਂ ਇਹਦੇ ਵਿੱਚ ਸੈੱਲ ਰਾਊਂਡ ਹੁੰਦੇ ਨੇ, ਜਨਰਲੀ ਸਪੈਰੀਕਲ ਲੌਂਗੇਟਡ ਹੁੰਦੇ ਨੇ, ਅਤੇ ਅਲੱਗ-ਅਲੱਗ ਉਹਨਾਂ ਦਾ ਫੰਕਸ਼ਨ ਹੈ। ਸੈੱਲ ਸਮਟਾਈਮ ਆਰ ਕੁਆਇਟ ਲੌਂਗ
ਐਂਡ ਕਈ ਬ੍ਰਾਂਚ ਹੁੰਦੇ ਨੇ। ਜਿਸ ਤਰ੍ਹਾਂ ਨਰਵ ਸੈੱਲ ਦੀ ਗੱਲ ਕੀਤੀ ਹੈ, ਲੰਬੇ ਨੇ, ਇਹਨਾਂ ਦੀਆਂ ਅਲੱਗ-ਅਲੱਗ ਬ੍ਰਾਂਚਿਸ ਨੇ। ਇਹਨੂੰ ਨਿਊਰੋਨ ਕਹਿੰਦੇ ਨੇ, ਨਾੜੀ ਸੈੱਲ ਨੂੰ ਇੰਗਲਿਸ਼ ਨਿਊਰੋਨ ਕਹਿੰਦੇ ਨੇ। ਜਿਹੜੇ ਨਿਊਰੋਨ ਨੇ, ਨਾੜੀ ਸੈੱਲ ਨੇ, ਉਹ ਸਿਗਨਲ ਨੂੰ ਰਿਸੀਵ ਕਰਦੇ ਨੇ। ਜੋ ਵੀ ਸਾਨੂੰ ਮਹਿਸੂਸ ਹੁੰਦਾ ਹੈ ਉਹਨਾਂ ਦੇ ਥਰੂ ਰਿਸੀਵ ਕਰਕੇ ਦਿਮਾਗ ਨੂੰ ਸਿਗਨਲ ਭੇਜਿਆ ਜਾਂਦਾ ਹੈ ਅਤੇ ਦਿਮਾਗ ਸੰਦੇਸ਼ ਦਿੰਦਾ ਹੈ ਤਾਂ ਕੀ ਕਰਨਾ ਹੈ। ਜਿਸ ਤਰ੍ਹਾਂ ਵਿਦਿਆਰਥੀਓ, ਜੇ ਤੁਸੀਂ ਗਰਮ ਪਾਣੀ 'ਚ ਹੱਥ ਪਾਉਂਦੇ ਹੋ ਤਾਂ ਇਹ ਜਿਹੜੇ ਨਾੜੀ ਸੈੱਲ ਨੇ ਇਹ ਐਕਟਿਵ ਹੋ ਜਾਂਦੇ ਨੇ ਅਤੇ ਦਿਮਾਗ ਨੂੰ ਮੈਸੇਜ ਦਿੰਦੇ ਨੇ। ਫਿਰ ਦਿਮਾਗ ਕਹਿੰਦਾ ਹੈ ਗਰਮ ਪਾਣੀ ਹੈ, ਹੱਥ ਪਿੱਛੇ ਕਰ ਲਓ। ਸਾਈਜ਼ ਆਫ ਸੈੱਲ, ਸੈੱਲ ਦਾ ਜੋ ਸਾਈਜ਼ ਹੈ ਛੋਟੇ ਤੋਂ ਵੱਡੇ ਤੱਕ ਵੀ ਹੁੰਦਾ ਹੈ। ਜੇ ਸੈੱਲ ਦੇ ਜਿਹੜੇ ਮਾਪਣ ਦੇ ਯੂਨਿਟ ਉਹਨੂੰ ਮਾਈਕਰੋਨ ਜਾਂ ਮਾਈਕਰੋਮੀਟਰ ਕਹਿੰਦੇ ਨੇ। ਦੇ ਨੀਡ ਟੂ ਬੀ ਇਨਲਾਰਜ ਔਰ ਮੈਗਨੀਫਾਈਡ ਬਾਈ ਮਾਈਕਰੋਸਕੋਪ, ਕਿਉਂਕਿ ਜੋ ਸੈੱਲ ਨੇ ਜ਼ਿਆਦਾਤਰ ਜੋ ਮੋਸਟ ਆਫ ਸੈੱਲਸ ਆਰ ਮਾਈਕਰੋਸਕੋਪੀ, ਦੇ ਕੈਨੋਟ ਬੀ ਸੀਨ ਵਿਦਆਊਟ ਅਨਏਡਡ ਆਈ। ਨੋਰਮਲੀ ਜਿਹੜਾ ਸੈੱਲ 0.1 to 0.5 ਮਾਈਕਰੋਮੀਟਰ, ਜਿੱਦਾਂ ਬੈਕਟੀਰੀਆ ਹੈ। ਸਭ ਤੋਂ ਵੱਡਾ ਸੈੱਲ ਆਸਟ੍ਰਿਚ ਦਾ ਐਗ ਹੈ। ਆਸਟ੍ਰਿਚ ਸ਼ਤਰਮੁਰਗ ਜਿਹੜਾ ਉਹਦਾ ਅੰਡਾ ਸਭ ਤੋਂ ਵੱਡਾ ਸੈੱਲ ਹੈ, ਉਹਦਾ ਆਕਾਰ ਤੁਸੀਂ ਦੇਖ ਸਕਦੇ ਹੋ। ਸਾਈਜ਼ ਆਫ ਸੈੱਲ ਹੈਜ਼ ਨੋ ਰਿਲੇਸ਼ਨ ਵਿਦ ਸਾਈਜ਼ ਆਫ ਬੋਡੀ ਆਫ ਐਨੀਮਲ ਔਰ ਪਲਾਂਟ। ਸੈੱਲ ਦਾ ਜੋ ਆਕਾਰ ਹੈ ਉਹ ਤੋਂ ਅਸੀਂ ਜੀਵ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਹ ਜੀਵ ਵੱਡਾ ਹੋਵੇਗਾ, ਕਿੰਨਾ ਵੱਡਾ ਹੋਵੇਗਾ। ਜਿਸ ਤਰ੍ਹਾਂ ਮੁਰਗੀ ਦਾ ਅੰਡਾ ਕਿੱਡਾ ਵੱਡਾ ਹੈ, ਮਨੁੱਖ ਦਾ ਅੰਡਾ ਜੋ ਸੈੱਲ ਹੈ ਕਾਫੀ ਵੱਡਾ ਹੈ। ਮਨੁੱਖ ਦਾ ਸੈੱਲ ਛੋਟਾ ਹੈ ਪਰ ਮਨੁੱਖ ਮੁਰਗੀ ਤੋਂ ਕਾਫੀ ਵੱਡਾ ਹੈ। ਇਸੇ ਤਰ੍ਹਾਂ ਸ਼ਤਰਮੁਰਗ ਦਾ ਅੰਡਾ ਬੜਾ ਵੱਡਾ ਹੈ ਪਰ ਸ਼ਤਰਮੁਰਗ ਦੇ ਨਾਲੋਂ ਮਨੁੱਖ ਜ਼ਿਆਦਾ ਵੱਡਾ ਹੈ। ਇਸ ਤਰ੍ਹਾਂ ਜੀਵ ਦਾ ਆਕਾਰ ਜੋ ਹੈ ਸੈੱਲ ਦੇ ਨਾਲ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਸੈੱਲ ਸਟਰਕਚਰ ਐਂਡ ਫੰਕਸ਼ਨ, ਸੈੱਲ ਦਾ ਜੋ ਢਾਂਚਾ ਹੈ ਉਹਦੇ ਅਲੱਗ-ਅਲੱਗ ਕੰਮ ਨੇ। ਜਿਸ ਤਰ੍ਹਾਂ ਤੁਸੀਂ ਦੇਖਿਆ ਹੈ, ਈਚ ਔਰਗਨ ਇਨ ਸਿਸਟਮ ਪਰਫੋਰਮ ਡਿਫਰੈਂਟ ਫੰਕਸ਼ਨ। ਜਿਸ ਤਰ੍ਹਾਂ ਸਾਡੇ ਬੋਡੀ ਦੇ ਅਲੱਗ-ਅਲੱਗ ਸਿਸਟਮ ਨੇ, ਜਿੱਦਾਂ ਡਾਈਜੈਸ਼ਨ, ਪੋਸ਼ਣ, ਐਸੀਮੀਲੇਸ਼ਨ ਭੋਜਨ ਨੂੰ ਸੋਖਣਾ, ਅਬਜ਼ੌਰਪਸ਼ਨ ਉਹਨੂੰ ਸੋਖਣਾ ਅਤੇ ਜ਼ਰੂਰਤ ਦੇ ਹਿਸਾਬ ਦੇ ਨਾਲ ਯੂਜ਼ ਕਰਨਾ। ਸਿਮਿਲਰਲੀ ਡਿਫਰੈਂਟ ਔਰਗਨ ਆਫ ਪਲਾਂਟ ਦੀ ਗੱਲ ਕਰਾਂ, ਉਹਨਾਂ ਦੇ ਅਲੱਗ-ਅਲੱਗ ਫੰਕਸ਼ਨ ਨੇ। ਜਿੱਦਾਂ ਰੂਟਸ ਜੜ੍ਹਾਂ ਨੇ ਉਹ ਪਾਣੀ ਅਤੇ ਖਣਿਜ ਪਦਾਰਥ ਜ਼ਮੀਨ ਤੋਂ ਚੂਸਦੀਆਂ ਨੇ। ਅਲੱਗ-ਅਲੱਗ ਫੰਕਸ਼ਨ ਦੇਖ ਸਕਦੇ ਹੋ। ਈਚ ਔਰਗਨ ਇਜ਼ ਫਰਦਰ ਮੇਡ ਆਫ ਟਿਸ਼ੂ, ਜਿਹੜਾ ਅੰਗ ਹੈ ਉਹ ਟਿਸ਼ੂ ਦਾ ਬਣਿਆ ਹੁੰਦਾ ਹੈ, ਤੰਤੂ ਦਾ ਬਣਿਆ ਹੁੰਦਾ ਹੈ। ਟਿਸ਼ੂ ਦੇ ਵਿੱਚ ਸੈੱਲਾਂ ਦਾ ਇੱਕ ਗਰੁੱਪ ਹੁੰਦਾ ਹੈ ਜਿਹੜੇ ਇੱਕ ਕੰਮ ਕਰਦੇ ਨੇ। ਪਾਰਟਸ ਆਫ ਸੈੱਲ ਦੀ ਗੱਲ ਕਰੀਏ, ਸਭ ਤੋਂ ਪਹਿਲੇ ਸੈੱਲ ਦੀ ਜੋ ਮੈਂਬਰੇਨ ਹੈ, ਸੈੱਲ ਭਿੱਤੀ ਆਉਂਦੀ ਹੈ ਜਿਹਨੂੰ ਸੈੱਲ ਮੈਂਬਰੇਨ ਕਹਿੰਦੇ ਨੇ। ਡੈਟ ਇਜ਼ ਦਾ ਬੇਸਿਕ ਕੰਪੋਨੈਂਟ ਆਫ ਸੈੱਲ, ਡੈਟ ਇਜ਼ ਦਾ ਸੈੱਲ ਮੈਂਬਰੇਨ। ਉਸ ਦੇ ਬਾਅਦ ਸੈੱਲ ਦੇ ਜਿਹੜਾ ਦਰਬ ਹੁੰਦਾ ਉਹਨੂੰ ਸਾਈਟੋਪਲਾਜ਼ਮ ਕਹਿੰਦੇ ਨੇ। ਸੈੱਲ ਦੇ ਕੇਂਦਰ 'ਚ ਇੱਕ ਕੇਂਦਰਕ ਉਹਨੂੰ ਨਿਊਕਲੀਅਸ ਕਹਿੰਦੇ ਨੇ। ਸਾਈਟੋਪਲਾਜ਼ਮ ਐਂਡ ਨਿਊਕਲੀਅਸ ਆਰ ਇਨਕਲੋਜ਼ ਵਿਦ ਇਨ ਦਾ ਸੈੱਲ ਮੈਂਬਰੇਨ, ਯਾਨੀ ਬਾਹਰ ਇੱਕ ਸੈੱਲ ਦੀ ਮੈਂਬਰੇਨ ਹੁੰਦੀ ਹੈ, ਉਹਦੇ ਅੰਦਰ ਨਿਊਕਲੀਅਸ ਆ ਜਾਂਦਾ ਹੈ, ਬਾਕੀ ਸੈੱਲ ਦਾ ਦਰਬ ਹੁੰਦਾ ਹੈ। ਤੁਸੀਂ ਸੈੱਲ ਦੇ ਡਾਇਗਰਾਮ 'ਚ ਵੀ ਨਜ਼ਰ ਆ ਰਿਹਾ ਹੋਵੇਗਾ। ਦ ਮੈਂਬਰੇਨ ਸੈਪਰੇਟ ਦਾ ਸੈੱਲ ਫਰੋਮ ਵਨ ਅਨਦਰ ਐਂਡ ਫਰੋਮ ਦਾ ਸਰਾਊਂਡਿੰਗ ਮੀਡੀਅਮ। ਇੱਕ ਸੈੱਲ ਨੂੰ ਦੂਸਰੇ ਸੈੱਲ ਤੋਂ ਸੈੱਲ ਮੈਂਬਰੇਨ ਹੀ ਜੁਦਾ ਕਰਦੀ ਹੈ। ਤੁਸੀਂ ਦੇਖ ਸਕਦੇ ਹੋ ਸੈੱਲ ਮੈਂਬਰ ਦੇ ਨਾਲ ਹੀ ਜੋ ਮਟੀਰੀਅਲ ਹੈ ਇੱਕ ਸੈੱਲ ਤੋਂ ਦੂਸਰੇ ਸੈੱਲ 'ਤੇ ਜਾਂਦਾ ਹੈ। The boundary of the onion cell is made of the cell membrane covered by thick covering that is the cell wall। ਜੇ ਪੌਦਿਆਂ ਦੀ ਗੱਲ ਕਰਾਂ ਉਹਦੇ 'ਚ ਸੈੱਲ ਭਿੱਤੀ ਦੇ ਬਾਹਰ ਇੱਕ ਹੋਰ ਠੋਸ ਕਵਰਿੰਗ ਹੁੰਦੀ ਹੈ, ਉਹਨੂੰ ਅਸੀਂ ਸੈੱਲ ਦੀਵਾਰ ਆਖਦੇ ਹਾਂ। ਸੋ ਜਿਹੜੀ ਸੈੱਲ ਦੀਵਾਰ ਹੈ ਉਹ ਜੰਤੂ ਸੈੱਲ 'ਚ ਨਹੀਂ ਹੁੰਦੀ, ਪੌਦੇ ਸੈੱਲ 'ਚ ਹੁੰਦੀ ਹੈ। that is the cell membrane is present in both cell। ਸੈੱਲ ਦੀ ਭਿੱਤੀ ਦੋਨਾਂ ਸੈੱਲਾਂ 'ਚ ਹੁੰਦੀ ਹੈ, ਚਾਹੇ ਪੌਦਾ ਸੈੱਲ ਹੋਵੇ ਚਾਹੇ ਕੋਈ ਵੀ ਸੈੱਲ ਹੋਵੇ, ਬਟ ਜਿਹੜੀ ਸੈੱਲ ਦੀ ਵਾਲ ਹੈ ਉਹ ਸਿਰਫ ਪੌਦਾ ਸੈੱਲ 'ਚ ਹੁੰਦੀ ਹੈ। ਦ ਜੈਲੀ ਲਾਈਕ ਜੋ ਸਬਸਟਾਂਸ ਹੈ ਬਿਟਵੀਨ ਦਾ ਨਿਊਕਲੀਅਸ ਐਂਡ ਸੈੱਲ ਮੈਂਬਰੇਨ ਇਜ਼ ਕਾਲਡ ਦਾ ਸਾਈਟੋਪਲਾਜ਼ਮ, ਜਿਹੜਾ ਦਰਬ ਹੁੰਦਾ ਹੈ। ਯੂ ਹੈਵ ਲਰਨਡ ਐਰੀਆ ਡੈਟ ਦਾ ਸੈੱਲ ਮੈਂਬਰੇਨ ਗਿਵ ਦਾ ਸ਼ੇਪ ਆਫ ਸੈੱਲ। ਸੈੱਲ ਮੈਂਬਰੇਨ ਨਾਲ ਸੈੱਲ ਦੀ ਸ਼ੇਪ, ਆਕਾਰ ਨਿਰਧਾਰਿਤ ਹੁੰਦਾ ਹੈ। ਇਨ ਐਡੀਸ਼ਨ ਟੂ ਸੈੱਲ ਮੈਂਬਰੇਨ ਦੇਰ ਇਜ਼ ਅ ਥਿਕ ਵਾਲ ਇਨ ਪਲਾਂਟ ਸੈੱਲ, ਜਿਹਨੂੰ ਹੀ ਸੈੱਲ ਦੀਵਾਰ, ਸੈੱਲ ਵਾਲ ਕਹਿੰਦੇ ਆ, ਪੜ੍ਹ ਚੁੱਕੇ ਹੋ। ਦਿਸ ਐਡੀਸ਼ਨਲ ਜੋ ਲੇਅਰ ਹੈ ਸਰਾਊਂਡਿੰਗ ਦਾ ਸੈੱਲ ਮੈਂਬਰੇਨ ਇਜ਼ ਰਿਕੁਆਇਰਡ ਬਾਈ ਪਲਾਂਟਸ ਫਾਰ ਪ੍ਰੋਟੈਕਸ਼ਨ, ਪਲਾਂਟ ਨੂੰ ਬਚਾਉਂਦੀ ਹੈ। ਇਹਦੇ ਨਾਲ ਟੈਂਪਰੇਚਰ ਜ਼ਿਆਦਾ, ਹਵਾ, ਤਾਪਮਾਨ, ਮੋਇਸਚਰ, ਨਮੀ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਸੈੱਲ ਕੈਨ ਵੀ ਅਬਜ਼ਰਵਡ ਇਨ ਲੀਫ ਪੀਲ ਆਫ ਟ੍ਰੈਡੀਕੈਂਸ਼ੀਆ ਇਲੋਡੀਆ ਰੂਹੂ ਪਲਾਂਟ ਦੇ ਵਿੱਚ ਤੁਸੀਂ ਜੋ ਸੈੱਲ ਵਾਲ ਨੂੰ ਦੇਖ ਸਕਦੇ ਹੋ। ਨੈਕਸਟ ਤੁਸੀਂ ਟੂਥਪਿਕ ਲੈ ਕੇ ਇੱਕ ਐਕਟੀਵਿਟੀ ਹੈ, ਆਪਣੇ ਅੰਦਰ ਦੇ ਜੋ ਸੈੱਲ ਨੇ, ਚਿੱਕ ਦੇ ਸੈੱਲ ਦੇਖ ਕੇ ਐਨੀਮਲ ਸੈੱਲ ਵੀ ਦੇਖ ਸਕਦੇ ਹੋ। ਇਹ ਤੁਸੀਂ ਦੇਖ ਸਕਦੇ ਹੋ ਹਿਊਮਨ ਚੀਕ ਸੈੱਲ, ਸਾਡੀ ਜਿਹੜੀ ਚੀਕਸ ਹੈ, ਜਿਹੜੀਆਂ ਗੱਲਾਂ ਦੇ ਸੈੱਲ ਇਸ ਤਰ੍ਹਾਂ ਦੇ ਨੇ, ਇਹ ਐਨੀਮਲ ਸੈੱਲ ਹੈ। ਇਹਦੇ ਵਿੱਚ ਤੁਹਾਨੂੰ ਸੈੱਲ ਦੀਵਾਰ ਨਜ਼ਰ ਨਹੀਂ ਆਏਗੀ, ਬਟ ਜੇ ਮੈਂ ਗੰਢੇ ਦੀ ਪੀਲ ਦੀ ਗੱਲ ਕਰਾਂ 'ਚ ਤੁਹਾਨੂੰ ਸੈੱਲ ਦੀਵਾਰ ਨਜ਼ਰ ਆਏਗੀ, ਦੇਖ ਸਕਦੇ ਹੋ। ਉਹਦੇ ਬਾਅਦ ਗੱਲ ਕੀਤੀ ਇੱਥੇ ਜੀਨ ਦੀ। ਜੀਨ ਜੋ ਨੇ
Gene is unit of inheritance in living organism. It control transfer of hereditary character from parent to offspring. ਜੀਨ ਸਟਰਕਚਰ ਹੁੰਦੇ ਨੇ ਸੈੱਲ ਦੇ ਕ੍ਰੋਮੋਸੋਮ ਦੇ ਵਿੱਚ, ਸੈੱਲ ਦੇ ਨਿਊਕਲੀਅਸ ਵਿੱਚ ਧਾਗੇ ਵਰਗੀਆਂ ਰਚਨਾਵਾਂ ਹੁੰਦੀਆਂ ਨੇ ਜਿਹਨੂੰ ਕ੍ਰੋਮੋਸੋਮ ਕਹਿੰਦੇ ਨੇ। ਇਹ ਦੇਖ ਸਕਦੇ ਹੋ ਤੁਸੀਂ, ਇਹਦੇ ਵਿੱਚ ਸਟਰਕਚਰ ਹੁੰਦੇ ਇਹਨੂੰ ਜੀਨ ਕਹਿੰਦੇ ਨੇ। ਜੀਨ ਹੀ ਇਹ ਜੋ ਕਰੈਕਟਰ ਹੁੰਦੇ ਨੇ ਪਿਤਾ ਦੇ ਮਾਂ-ਬਾਪ ਦੇ ਕਰੈਕਟਰ ਬੱਚਿਆਂ 'ਚ ਲਿਜਾਣ 'ਚ ਹੈਲਪ ਕਰਦੇ ਨੇ। ਸਾਈਟੋਪਲਾਜ਼ਮ ਇੱਕ ਜੈਲੀ ਲਾਈਕ ਸਬਸਟਾਂਸ ਹੈ ਜੋ ਕਿ ਸੈੱਲ ਦੇ ਵਿੱਚ ਮੌਜੂਦ ਹੁੰਦਾ ਹੈ। ਵੇਰੀਅਸ ਅਦਰ ਕੰਪੋਨੈਂਟ ਜਿਸ ਤਰ੍ਹਾਂ ਹੋਰ ਵੀ ਔਰਗੇਨੈਲੀ ਸੈੱਲ ਦੇ ਅੰਦਰ ਮਿਲਦੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ, ਜਿਸ ਤਰ੍ਹਾਂ ਮਾਈਟੋਕੌਂਡਰੀਆ, ਗੋਲਜੀ ਬੋਡੀ, ਰਾਈਬੋਸੋਮ, ਇਹ ਤੁਸੀਂ ਵੱਡੀਆਂ ਕਲਾਸਾਂ ਦੇ ਵਿੱਚ ਪੜ੍ਹੋਗੇ। ਨਿਊਕਲੀਅਸ ਦੀ ਗੱਲ ਕਰਾਂ, ਨਿਊਕਲੀਅਸ ਨੂੰ ਕੇਂਦਰਕ ਕਹਿੰਦੇ ਨੇ। ਇੱਕ ਦੀਵਾਰ ਦਾ ਘਿਰਿਆ ਹੁੰਦਾ ਉਹਨੂੰ ਨਿਊਕਲੀਅਸ ਮੈਂਬਰੇਨ ਕਹਿੰਦੇ ਨੇ। ਦਿਸ ਮੈਂਬਰੇਨ ਆਲਸੋ ਪੋਰਸ ਐਂਡ ਅਲੋ ਦਾ ਮੂਵਮੈਂਟ ਆਫ ਮਟੀਰੀਅਲ ਬਿਟਵੀਨ ਸਾਈਟੋਪਲਾਜ਼ਮ ਐਂਡ ਨਿਊਕਲੀਅਸ। ਜਿਹੜਾ ਨਿਊਕਲੀਅਸ ਦੀ ਜੇ ਗੱਲ ਕਰਾਂ ਉਹਦੀ ਜਿਹੜੀ ਦੀਵਾਰ ਹੈ ਉਹਦੇ ਵਿੱਚ ਖਾਲੀ ਜੋ ਛੇਕ ਹੁੰਦੇ ਨੇ ਉਹਨੂੰ ਨਿਊਕਲੀਅਰ ਪੋਰ ਕਹਿੰਦੇ ਨੇ। ਯਾਨੀ ਬਾਹਰ ਸਾਈਟੋਪਲਾਜ਼ਮ ਹੈ ਸੈੱਲ ਦਾ, ਸਾਈਟੋਪਲਾਜ਼ਮ ਦਾ ਜੋ ਇਨਫੋਰਮੇਸ਼ਨ ਸੈੱਲ ਦੇ ਅੰਦਰ ਅਤੇ ਕੇਂਦਰਕ ਦੇ ਅੰਦਰ ਜੋ ਹੈ ਇਹਦੇ ਥਰੂ ਚਲੀ ਜਾਂਦੀ ਹੈ। ਨਿਊਕਲੀਅਸ ਦੇ ਅੰਦਰ ਇੱਕ ਛੋਟਾ ਹੋਰ ਇੱਕ ਨਿਊਕਲੀਅਸ ਹੁੰਦਾ ਉਹਨੂੰ ਨਿਊਕਲੀਓਲਸ ਕਹਿੰਦੇ ਨੇ। ਅਤੇ ਨਿਊਕਲੀਅਸ ਦੇ ਵਿੱਚ ਧਾਗੇ ਵਰਗੀਆਂ ਰਚਨਾਵਾਂ ਇਸ ਤਰ੍ਹਾਂ ਨਜ਼ਰ ਆਉਂਦੀਆਂ ਨੇ, ਇਹਨੂੰ ਕ੍ਰੋਮੋਸੋਮ ਕਹਿੰਦੇ ਨੇ, ਜਿਹਨੂੰ ਗੁਣ ਸੂਤਰ ਦਾ ਵੀ ਨਾਮ ਦਿੱਤਾ ਜਾਂਦਾ ਹੈ। ਪੰਜਾਬੀ 'ਚ ਇਹਨੂੰ ਗੁਣ ਸੂਤਰ ਕਹਿੰਦੇ ਨੇ ਕ੍ਰੋਮੋਸੋਮ ਨੂੰ। ਗੁਣ ਸੂਤਰ ਦੇ ਵਿੱਚ ਹੀ ਜੀਨ ਹੁੰਦੇ ਨੇ ਜੋ ਕਿ ਕਰੈਕਟਰ ਮਾਂ ਬਾਪ ਦੇ ਬੱਚਿਆਂ ਵਿੱਚ ਲੈ ਕੇ ਜਾਂਦੇ ਨੇ। ਸੋ ਇੱਥੇ ਦੱਸਿਆ ਹੋਇਆ ਪ੍ਰੋਕੈਰੀਓਟਿਕ ਸੈੱਲ ਜਿਹੜੇ ਪੁਰਾਣੇ ਸੈੱਲ ਨੇ ਜਿਹੜੇ ਪੂਰੀ ਤਰ੍ਹਾਂ ਨਹੀਂ ਬਣੇ, ਜਿਸ ਤਰ੍ਹਾਂ ਬੈਕਟੀਰੀਆ ਦੇ ਵਿੱਚ ਪ੍ਰੋਕੈਰੀਓਟਿਕ ਸੈੱਲ ਹੁੰਦਾ ਹੈ ਉਹਦੇ ਵਿੱਚ ਨਿਊਕਲੀਅਸ ਕੇਂਦਰਕ ਚੰਗੀ ਤਰ੍ਹਾਂ ਨਹੀਂ ਬਣਿਆ ਹੁੰਦਾ। ਜਿਹਨਾਂ ਵਿੱਚ ਕੇਂਦਰਕ ਚੰਗੀ ਤਰ੍ਹਾਂ ਬਣਿਆ ਹੁੰਦਾ ਹੈ ਜਿੱਦਾਂ ਮਨੁੱਖ ਦਾ ਸੈੱਲ, ਪੌਦੇ ਦਾ ਸੈੱਲ, ਉਹਨੂੰ ਯੂਕੈਰੀਓਟਿਕ ਕਹਿੰਦੇ ਨੇ। ਕੈਰੀਓ ਸ਼ਬਦ ਦਾ ਮਤਲਬ ਹੁੰਦਾ ਨਿਊਕਲੀਅਸ। ਜਿਨ੍ਹਾਂ 'ਚ ਚੰਗੀ ਤਰ੍ਹਾਂ ਨਹੀਂ ਬਣਿਆ ਹੁੰਦਾ ਕੇਂਦਰਕ, ਜਿਹਨਾਂ 'ਚ ਕੇਂਦਰਕ ਮੌਜੂਦ ਨਹੀਂ ਹੁੰਦਾ, ਐਬਸੈਂਟ ਹੁੰਦਾ ਜਿਹਦੇ 'ਚ ਨਿਊਕਲੀਅਸ, ਉਹਨੂੰ ਅਸੀਂ ਕਹਿੰਦੇ ਪ੍ਰੋਕੈਰੀਓਟਿਕ। ਜਿਹਨਾਂ 'ਚ ਮੌਜੂਦ ਹੁੰਦਾ ਉਹਨੂੰ ਅਸੀਂ ਕਹਿੰਦੇ ਯੂਕੈਰੀਓਟਿਕ। While observing the onion cell under the microscope, did you notice any blank looking structure in the cytoplasm? ਉਹਨੂੰ ਅਸੀਂ ਵੈਕਿਊਲ ਕਹਿੰਦੇ ਹਾਂ। ਇਹ ਕਿਸ ਤਰ੍ਹਾਂ ਦਾ ਸਟਰਕਚਰ ਨਜ਼ਰ ਆਉਂਦਾ ਉਹਨੂੰ ਵੈਕਿਊਲ ਦਾ ਨਾਮ ਦਿੰਦੇ ਹਾਂ। ਇਹ ਸੰਕੁਚਿਤ ਇੱਕ ਸੈੱਲ ਦੀ ਇੱਕ ਔਰਗਨੈਲੀ ਹੈ ਜਿਹਦੇ 'ਚ ਪਾਣੀ, ਸੋ ਜਿਹੜਾ ਵੈਕਿਊਲ ਹੁੰਦਾ ਹੈ ਤੁਸੀਂ ਇੱਥੇ ਦੇਖ ਰਹੇ ਹੋਵੋਗੇ ਪੌਦਾ ਸੈੱਲ ਦੇ ਵਿੱਚ ਵੱਡਾ ਵੈਕਿਊਲ ਹੁੰਦਾ। ਇਹ ਪੌਦੇ ਦਾ ਜੋ ਪਾਣੀ ਹੈ ਜ਼ਿਆਦਾ ਪਾਣੀ ਨੂੰ ਸਟੋਰ ਕਰਕੇ ਰੱਖਦਾ ਹੈ। ਜਦੋਂ ਸੈੱਲ ਨੂੰ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਤਾਂ ਇਹਦਾ ਆਕਾਰ ਛੋਟਾ ਹੋ ਜਾਂਦਾ ਹੈ। ਜਿਹੜੇ ਐਨੀਮਲ ਸੈੱਲ ਹੈ ਉਹਦੇ ਵਿੱਚ ਵੈਕਿਊਲ ਛੋਟਾ ਹੁੰਦਾ ਹੈ, ਪੌਦਿਆਂ ਦੇ ਸੈੱਲਾਂ ਵਿੱਚ ਵੱਡਾ ਹੁੰਦਾ ਹੈ। ਉਹਦੇ ਬਾਅਦ ਰੰਗਦਾਰ ਅੰਦਰ ਰਚਨਾਵਾਂ ਹੁੰਦੀਆਂ ਨੇ ਉਹਨੂੰ ਪਲਾਸਟਿਡ ਕਹਿੰਦੇ ਨੇ। ਜਿਸ ਤਰ੍ਹਾਂ ਕਲੋਰੋਪਲਾਸਟ ਹੈ, ਕਲੋਰੋਪਲਾਸਟ ਪੌਦਾ ਸੈੱਲ 'ਚ ਹੁੰਦਾ ਹੈ ਜਾਂ ਉਹਨਾਂ ਛੋਟੇ ਸੈੱਲਾਂ ਵਿੱਚ ਵੀ ਹੁੰਦਾ ਹੈ, ਜਿਸ ਤਰ੍ਹਾਂ ਸਾਈਨੋਬੈਕਟੀਰੀਆ, ਐਲਗੀ ਹੋ ਗਈ, ਬਰਾਇਓਫਾਈਟ ਹੋ ਗਏ, ਜਿਹੜੇ ਆਪਣਾ ਭੋਜਨ ਆਪ ਬਣਾ ਸਕਦੇ ਨੇ। ਉਹਦੇ ਵਿੱਚ ਕਲੋਰੋਪਲਾਸਟ ਹੁੰਦਾ ਹੈ ਅਤੇ ਉਹਦੇ ਵਿੱਚ ਹਰੇ ਰੰਗ ਦਾ ਪਦਾਰਥ ਹੁੰਦਾ, ਉਹਨੂੰ ਕਲੋਰੋਫਿਲ ਕਹਿੰਦੇ ਨੇ। ਸੋ ਜੋ ਕਲੋਰੋਫਿਲ ਹੈ ਉਹ ਸੂਰਜ ਦੀ ਰੋਸ਼ਨੀ ਨੂੰ ਅਬਜ਼ੋਰਬ ਕਰਕੇ ਭੋਜਨ ਬਣਾਉਣ 'ਚ ਹੈਲਪ ਕਰਦਾ ਪੌਦਿਆਂ ਦੇ। ਉਹਨੂੰ ਪ੍ਰਕਾਸ਼ ਸੰਸਲੇਸ਼ਨ ਕਿਰਿਆ ਕਹਿੰਦੇ ਨੇ, ਜਿਹਨੂੰ ਫੋਟੋਸਿੰਥਸਿਸ ਦਾ ਨਾਮ ਦਿੱਤਾ ਜਾਂਦਾ ਹੈ। ਕੰਪੈਰੀਜ਼ਨ ਆਫ ਪਲਾਂਟ ਐਂਡ ਐਨੀਮਲ ਸੈੱਲ। ਐਨੀਮਲ ਅਤੇ ਪਲਾਂਟ ਸੈੱਲ ਦਾ ਤੁਸੀਂ ਇੱਥੋਂ ਕੰਪੇਅਰ ਕਰਕੇ ਦੇਖ ਸਕਦੇ ਹੋ। ਇਹ ਤੁਹਾਡੀ ਇੱਕ ਪ੍ਰੈਕਟਿਸ ਵਾਸਤੇ ਹੈ। ਇੱਥੋਂ ਤੁਸੀਂ ਦੇਖੋ, ਇਹ ਇੱਕ ਤੁਹਾਨੂੰ ਪੌਦਾ ਸੈੱਲ ਦਿੱਤਾ ਹੋਇਆ ਹੈ, ਇਹ ਜੰਤੂ ਸੈੱਲ ਹੈ। ਇਹ 'ਚ ਕਿਹੜੀਆਂ ਚੀਜ਼ਾਂ ਦਾ ਕੰਪੇਅਰ ਕਰਨਾ? ਸੈੱਲ ਮੈਂਬਰੇਨ, ਸੈੱਲ ਵਾਲ, ਨਿਊਕਲੀਅਸ, ਨਿਊਕਲੀਅਰ ਮੈਂਬਰੇਨ, ਕਲੋਰੋਪਲਾਸਟ, ਵੈਕਿਊਲ, ਕਿਹੜੀ ਚੀਜ਼ ਪ੍ਰੈਜੈਂਟ ਹੈ ਜਾਂ ਕਿਹੜੀ ਨਹੀਂ ਹੈ, ਇਹ ਤੁਸੀਂ ਦੇਖ ਸਕਦੇ ਹੋ। ਜਿਸ ਤਰ੍ਹਾਂ ਮੈਂ ਵੈਕਿਊਲ ਦੀ ਗੱਲ ਕਰਾਂ, ਦੋਨਾਂ ਦੇ ਵਿੱਚ ਹੀ ਹੁੰਦਾ ਹੈ। ਪਲਾਸਟਿਡ ਜਿਹੜੇ ਪਲਾਂਟ ਸੈੱਲ 'ਚ ਹੋਏਗਾ, ਐਨੀਮਲ ਸੈੱਲ 'ਚ ਨਹੀਂ ਹੋਏਗਾ। ਨਿਊਕਲੀਅਰ ਮੈਂਬਰੇਨ ਦੋਨਾਂ 'ਚ ਹੋਏਗੀ, ਨਿਊਕਲੀਅਸ ਦੋਨਾਂ 'ਚ ਹੋਏਗਾ। ਸੈੱਲ ਮੈਂਬਰੇਨ ਦੋਨਾਂ 'ਚ ਹੈ, ਸੈੱਲ ਵਾਲ ਸਿਰਫ ਪੌਦਾ ਸੈੱਲ 'ਚ ਹੁੰਦੀ ਹੈ, ਜੰਤੂ ਸੈੱਲ 'ਚ ਨਹੀਂ ਹੁੰਦੀ। ਸੋ ਪਿਆਰੇ ਵਿਦਿਆਰਥੀਓ, ਮੈਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਛੋਟਾ ਜਿਹਾ ਚੈਪਟਰ ਜੋ ਕਿ ਬਹੁਤ ਇੱਕ ਜ਼ਰੂਰੀ ਚੈਪਟਰ ਹੈ, ਸੈੱਲ, ਉਹਦੀ ਬਣਤਰ ਅਤੇ ਉਹਦੇ ਕੰਮ ਤੁਹਾਨੂੰ ਸਮਝ ਆ ਗਿਆ ਹੋਵੇਗਾ। ਇਹ ਕੁਛ ਟਰਮਸ ਨੇ, ਕੀਵਰਡਸ ਨੇ ਜੋ ਤੁਸੀਂ ਪੜ੍ਹੇ ਨੇ। ਸੈੱਲ ਹੋ ਗਿਆ, ਸੈੱਲ ਮੈਂਬਰੇਨ, ਸੈੱਲ ਵਾਲ, ਕਲੋਰੋਪਲਾਸਟ, ਕ੍ਰੋਮੋਸੋਮ, ਸਾਈਟੋਪਲਾਜ਼ਮ, ਯੂਕੈਰੀਓਟ, ਜੀਨ, ਮਲਟੀ ਸੈਲਰ, ਨਿਊਕਲੀਅਰ ਇਨਵੈਲਪ, ਨਿਊਕਲੀਓਲਸ, ਨਿਊਕਲੀਅਸ, ਔਰਗਨੈਲੀ, ਪਲਾਜ਼ਮਾ ਮੈਂਬਰੇਨ, ਪਲਾਸਟਿਡ, ਪ੍ਰੋਕੈਰੀਓਟ, ਸੂਡੋਪੋਡੀਆ, ਟਿਸ਼ੂ, ਯੂਨੀਸੈਲਰ, ਵੈਕਿਊਲ, ਵਾਈਟ ਬਲੱਡ ਸੈੱਲ। ਸੋ ਇਹ ਚੀਜ਼ਾਂ ਤੁਸੀਂ ਪੜ੍ਹੀਆਂ ਹੋਣੀਆਂ। ਉਮੀਦ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ। ਇਫ ਯੂ ਹੈਵ ਐਨੀ ਕਨਫਿਊਜ਼ਨ ਸਟਿਲ ਯੂ ਕੈਨ ਕਮੈਂਟ ਮੀ। ਔਰ ਵੀਡੀਓ ਕਿਸ ਤਰ੍ਹਾਂ ਦਾ ਲੱਗਿਆ ਕਾਈਂਡਲੀ ਕਮੈਂਟ ਜ਼ਰੂਰ ਕਰਨਾ, ਤਾਂ ਕਿ ਹੋਰ ਵਧੀਆ ਤਰੀਕੇ ਨਾਲ ਤੁਹਾਨੂੰ ਵੀਡੀਓ ਪ੍ਰੋਵਾਈਡ ਕਰਵਾਈ ਜਾ ਸਕੇ। ਐਂਡ ਵੀਡੀਓ ਦੇ ਵਿੱਚ ਕੀ ਕਮੀ ਪੇਸ਼ੀ ਸੀ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਣਾ। ਐਂਡ ਆਈ ਹੋਪ my this video will be very helpful for you.
or understanding this very useful topic. Stay tuned with my channel for more and more video related to your subjects, your classes, your study, and ज़्यादा ਤੋਂ ज़्यादा अपने क्लास ਦੇ ਸਹਿਪਾਠੀਆਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਉਹਨਾਂ ਨੂੰ ਵੀ ਫਾਇਦਾ ਹੋ ਸਕੇ। ਥੈਂਕ ਯੂ ਵੈਰੀ ਮਚ। ਥੈਂਕਸ ਫਾਰ ਵਾਚਿੰਗ।